फूड एंड सप्लाई विभाग का विवादों से पुराना नाता रहा है। पहली बार नहीं हुआ जब यहाँ पर घोटाला हुआ हो। इस बार जो घोटाला सामने आया है वो ये है, जब अनाज की खरीद की जाती है और उसे रखने के लिए जमीनी सतह पर जो क्रेट लिए जाते हैं, ये घोटाला वह है। करोड़ों रुपए का घोटाला हुआ है और इसका खुलासा विभाग के ही एक इंस्पेक्टर ने तब किया जब उसने इसकी जांच सीबीआई से करवाने की मांग की है। अनाज खरीद के ਉਹਨੂੰ ਰੱਖੀ ਜਾਂਦਾ ਗੋਦਾਮਾਂ 'ਚ, ਥੱਲੇ ਕ੍ਰੇਟ ਲਗਾਏ ਜਾਂਦੇ ਨੇ ਉਹਦੇ। ਉਹ ਕ੍ਰੇਟ ਦੀ ਜਿਹੜੀ ਸਪੈਸੀਫਿਕੇਸ਼ਨ ਹੈ ਦੀ ਉਹਦੀ 40 ਕਿਲੋ ਦਾ ਕ੍ਰੇਟ ਉਹਦਾ ਸਪੈਸੀਫਾਈਡ ਹੈ, ਪਰ ਇਹਨਾਂ ਨੇ ਪੂਰੇ ਪੰਜਾਬ 'ਚ 13 ਕਿਲੋ ਦਾ ਕ੍ਰੇਟ ਖਰੀਦ ਲਿਆ। ਜੇ ਇਹਦੀ ਪੁਖਤਾ ਮਤਲਬ ਜਾਂਚ ਹੋ ਜਾਵੇ ਤੇ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਸਸਪੈਂਡ ਕਰਨਗੇ, ਜਦਕਿ ਇਹਨਾਂ ਲੋਕਾਂ ਦੇ ਉੱਤੇ ਪਰਚਾ ਦੇਣਾ ਚਾਹੀਦਾ, ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੀ ਜਗ੍ਹਾ ਨਹੀਂ ਬਚਣੀ ਚਾਹੀਦੀ। ਹਾਲ ਤੁਹਾਡੇ ਸਾਹਮਣੇ ਹੀ ਹੈ ਕਿ ਗੁਟਕਾ ਸਾਹਿਬ ਦੀਆਂ ਸੌਹਾਂ ਖਾਧੀਆਂ ਦੇ ਉੱਤੇ ਕੋਈ ਅਸਰ नहीं ਹੋਇਆ, ਤੇ ਕਿਹਦੇ ਤੇ ਯਕੀਨ ਕਰੀਏ, ਅਸੀਂ ਜਾਈਏ ਕਿਹੜੇ ਪਾਸੇ, ਸਾਨੂੰ ਤੇ ਸਮਝ नहीं आ रही। D4U न्यूज़ देख रहे तमाम दोस्तों को दीपक भंडारी का नमस्कार। आज हम आपके साथ एक ऐसा घोटाला आपके सामने लाने वाले हैं जिसे सुनकर फिर आपके पैरों के तले ज़मीन निकल जाएगी। पंजाब सरकार, खासकर फूड सप्लाई डिपार्टमेंट में ये घोटाला हुआ है। ख़ास बात यह है कि फूड सप्लाई विभाग का एक इंस्पेक्टर ही आरोप लगा रहा है कि जो अनाज रखने के लिए क्रेट खरीदे जाते हैं उसमें पंजाब स्तर पर बड़ा घोटाला हुआ है। इसी को लेकर हम आज आप बात करेंगे पंजाब प्रदेश के पूर्व प्रवक्ता मनदीप सिंह मन्ना से, जो पहले भी कई इशू उठा चुके हैं। मन्ना जी हमारे साथ हैं। मन्ना जी आपका स्वागत है, नमस्कार। ਧੰਨਵਾਦ ਜੀ। D4U ਚੈਨਲ ਦਾ ਭੰਡਾਰੀ ਸਾਹਿਬ ਤੁਹਾਨੂੰ ਵੀ ਮੁਬਾਰਕਾਂ। ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਆਉਣ ਲਈ ਅੱਗੇ ਵੀ ਤੁਸੀਂ ਬਹੁਤ ਸਮਾਜ ਲਈ ਕੰਮ ਕਰਦੇ ਹੋ, ਵਧੀਆ ਇਸ਼ੂ ਉਠਾਉਂਦੇ ਹੋ, ਤੇ ਇਹ ਵੀ ਚੈਨਲ ਤੁਹਾਨੂੰ ਬੜੀ ਪ੍ਰਮੁੱਖਤਾ ਦੇ ਨਾਲ ਤੁਸੀਂ ਇਹਦੇ ਤੇ ਵੀ ਕੰਮ ਕਰੋਗੇ। ਮੇਰੇ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ। ਬਹੁਤ ਬਹੁਤ ਧੰਨਵਾਦ। ਮन्ना ਜੀ, ਤੁਹਾਡੇ ਧਿਆਨ 'ਚ ਆਇਆ ਹੋਣਾ ਇੱਕ ਮਸਲਾ ਆਇਆ ਜੀ, ਜਿਹੜੇ ਕ੍ਰੇਟ ਅਨਾਜ ਖਰੀਦੀ ਜਾਂਦੀ, ਜਦੋਂ ਪ੍ਰੋਕਿਉਰਮੈਂਟ ਦਾ ਟਾਈਮ ਆਉਂਦਾ ਨਾ ਜੀ, ਅਨਾਜ ਖਰੀਦ ਕੇ ਉਹਨੂੰ ਰੱਖਿਆ ਜਾਂਦਾ ਗੋਦਾਮਾਂ 'ਚ, ਥੱਲੇ ਕ੍ਰੇਟ ਲਗਾਏ ਜਾਂਦੇ ਨੇ ਉਹਦੇ। ਉਹ ਕ੍ਰੇਟ ਦੀ ਜਿਹੜੀ ਸਪੈਸੀਫਿਕੇਸ਼ਨ ਹੈ ਦੀ ਉਹਦੀ 40 ਕਿਲੋ ਦਾ ਕ੍ਰੇਟ ਉਹਦਾ ਸਪੈਸੀਫਾਈਡ ਹੈ, ਪਰ ਇਹਨਾਂ ਨੇ ਪੂਰੇ ਪੰਜਾਬ 'ਚ 13 ਕਿਲੋ ਦਾ ਕ੍ਰੇਟ ਖਰੀਦ ਲਿਆ। ਇਹਦੇ ਬਾਰੇ ਤਾਂ ਗੱਲ ਕਰੋ। ਦੇਖੋ, ਇੱਕ ਘਪਲਾ ਨਹੀਂ ਹੈਗਾ ਇੱਥੇ, ਤੇ ਇੱਟ ਪੁੱਟੋ ਤੇ ਮੇਰਾ ਖਿਆਲ ਸਰਕਾਰ ਦੇ ਵਿੱਚ ਘਪਲੇ ਹੀ ਘਪਲੇ ਨਿਕਲ ਕੇ ਆ ਰਹੇ ਨੇ। ਜਿਹੜਾ ਇਹ ਵੀ ਮੈਨੂੰ ਕਿਸੇ ਨੇ ਚਿੱਠੀ ਭੇਜੀ ਸੀ ਕਿ 40 ਕਿਲੋ ਜਿਹੜੀ ਉਹਦੀ ਕ੍ਰੇਟ ਦੀ ਹੋਣੀ ਚਾਹੀਦੀ ਸੀਗੀ, ਵੈਲਿਊ ਉਹਦਾ ਜਿਹੜਾ ਵਜ਼ਨ ਹੋਣਾ ਚਾਹੀਦਾ ਸੀਗਾ, ਤੇ ਉਹ 13 ਕਿਲੋ ਦੇ ਨੇ। 37 ਮਤਲਬ 27 ਕਿਲੋ ਦਾ ਇਹੋ ਜਿਹਾ ਗਬਨ, ਚਾਹੇ ਉਹਨੂੰ ਪੈਸੇ ਦੇ ਰੂਪ 'ਚ ਤੋਲਿਆ ਜਾਵੇ, ਰੇਟ ਤੇ ਉਹਦਾ ਵਜ਼ਨ ਨਾਲ ਹੀ ਲੱਗਾ ਹੋਣਾ ਨਾ, ਲੱਕੜ ਦਾ ਜਾਂ ਜਿਹੜੀ ਵੀ ਚੀਜ਼ ਦਾ ਬਣਿਆ। ਔਰ ਸਭ ਤੋਂ ਵੱਡੀ ਗੱਲ ਕੀ ਹੈ ਜੋ ਮੇਰੇ ਧਿਆਨ 'ਚ ਆਇਆ ਕਿ ਇਹ ਕੰਪਲੇਂਟ ਵੀ ਇੱਕ ਜਿਹੜਾ ਫੂਡ ਸਪਲਾਈ ਦਾ ਇੰਸਪੈਕਟਰ ਆ ਉਹਨੇ ਲਿਖੀ ਆ, ਤੇ ਉਹਨੇ ਬੜੀ ਇਹਦੀ ਗਹਿਣ ਜਾਂਚ ਕਰਕੇ ਜਾਂ ਇਹਨੂੰ ਪੂਰੇ ਨਿਯਮਾਂ ਦੇ ਮੁਤਾਬਕ ਇਹਨੂੰ ਚੈੱਕ ਕਰਕੇ ਜੋ ਇਹਦੇ ਮਾਪਦੰਡ ਸੀ ਉਹ ਸਾਰੇ ਚੈੱਕ ਕਰਕੇ ਲਿਖਿਆ ਹੋ। ਤੇ ਬੜੀ ਬਦਕਿਸਮਤੀ ਹੈ ਕਿ ਇੱਕ ਡਿਪਾਰਟਮੈਂਟ ਦਾ ਬੰਦਾ ਹੀ ਜਿਹੜਾ ਉਹਦੇ ਨਾਲ ਰਿਲੇਟਡ ਹੋਵੇ, ਉਹਦੀ ਕੰਪਲੇਂਟ ਦੇ ਉੱਤੇ ਵੀ ਜੇ ਕਿਸੇ ਤੇ ਕਾਰਵਾਈ ਨਹੀਂ ਹੋਈ, ਬਹੁਤ ਮੰਦਭਾਗਾ ਹੈ। ਔਰ ਮੈਂ ਕਹਿਣਾ ਚਾਹੁੰਦਾ ਕਿ ਇਹ ਇਕੱਲਾ ਕ੍ਰੇਟ ਦਾ ਘਪਲਾ ਨਹੀਂ ਹੈਗਾ। ਹੁਣ ਪਿੱਛੇ ਜੇ ਨਾਸ਼ ਵੰਡਿਆ ਗਿਆ ਤੇ ਤੁਸੀਂ ਦੇਖੋ ਗਲੀਆਂ ਸੜੀਆਂ ਕਣਕਾਂ ਜਿਹੜੀਆਂ ਇਹਨਾਂ ਨੇ ਮਤਲਬ ਤਬਾਹ ਕੀਤੀਆਂ ਹੁੰਦੀਆਂ, ਚਾਹੇ ਉਹ ਗਿੱਲੀਆਂ ਕਰਕੇ, ਚਾਹੇ ਆਪਣਾ ਵਜ਼ਨ ਪੂਰਾ ਕਰਨ ਲਈ, ਉਹ ਲੋਕਾਂ ਦੇ ਘਰਾਂ 'ਚ ਭੇਜੀਆਂ ਗਈਆਂ ਨੇ। ਕਿਸੇ ਦਾ ਵੀ ਧਿਆਨ ਨਹੀਂ। ਜੇ ਪਹਿਲੇ ਵੀ ਘਪਲੇ ਕਰਦੇ ਰਹੇ ਨੇ ਤੇ ਇਹਨਾਂ ਦਾ ਵੀ ਉਹ ਤਰੀਕਾ ਬਣ ਗਿਆ। ਸਿਰਫ ਤੇ ਸਿਰਫ ਡਿਸਟਰੀਬਿਊਟਰਸ਼ਿਪ ਬਦਲੀ ਸੀ, ਇੱਕ ਦੂਜੇ ਦੀਆਂ ਕਮਿਸ਼ਨਾਂ ਸੈਂਟ ਨੇ, ਪਹਿਲਾਂ ਉਹ ਡਿਸਟਰੀਬਿਊਟਰ ਸੀਗੇ, ਹੁਣ ਇਹ ਬਣ ਗਏ ਨੇ। ਇਸ ਸੂਬੇ ਦਾ, ਇਸ ਸਮਾਜ ਦਾ ਰੱਬ ਹੀ ਰਾਖਾ। ਮन्ना ਜੀ, ਇੱਕ ਅਸੀਂ ਇਹ ਪੁੱਛਣਾ ਚਾਹਾਂਗੇ, ਜਦੋਂ ਕੋਈ ਘੁਟਾਲਾ ਹੁੰਦਾ ਹੈ, ਸਸਪੈਂਡ ਕਰਕੇ ਕਿਸੇ ਨੂੰ ਲੀਪਾਪੋਤੀ ਕਰਤੀ ਜਾਂਦੀ ਹੈ ਤੇ ਜਾਂਚ ਬਿਠਾਤੀ ਜਾਂਦੀ ਹੈ, ਸਸਪੈਂਸ਼ਨ ਹੋ ਜਾਂਦੀ ਹੈ, ਕੁਝ ਦੇਰ ਬਾਅਦ ਉਹ ਬੰਦੇ ਨੂੰ ਫਿਰ ਬਹਾਲ ਕਰ ਦਿੱਤਾ ਜਾਂਦਾ ਹੈ। ਕੀ ਕਰੋੜਾਂ ਰੁਪਏ ਚੋਰੀ ਕਰਨ ਦੀ ਸਜ਼ਾ ਸਿਰਫ ਸਸਪੈਂਸ਼ਨ ਹੈ? ਸਸਪੈਂਸ਼ਨ ਦੇਖੋ ਭੰਡਾਰੀ ਸਾਹਿਬ, ਸਿਰਫ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਕੀਤੀ ਜਾਂਦੀ ਹੈ ਕਿ ਸਾਡੇ ਵਰਗੇ ਅਨਪੜ੍ਹ ਲੋਕ ਅਸੀਂ ਸਮਝ ਲੈਂਦੇ ਕਿ ਬੜੀ ਵੱਡੀ ਕਾਰਵਾਈ ਹੋ ਗਈ ਹੈ। ਜੇ ਬਾਹਰ ਕੋਈ ਬੰਦਾ ਚੋਰੀ ਕਰਦਾ, ਜੇ ਬਾਹਰ ਕੋਈ ਬੰਦਾ ਹੇਰਾਫੇਰੀ ਕਰਦਾ, ਉਹਦੇ ਤੇ ਧਾਰਾ ਲੱਗਦੀ 420, 379 ਇਹਨੇ ਚੋਰੀ ਕੀਤੀ ਹੈ। ਇਹਨਾਂ ਲਈ ਸਿਰਫ ਸਸਪੈਂਸ਼ਨ ਕੀਤੀ ਜਾਂਦੀ। ਇਹਨਾਂ ਦੇ ਬਹੁਤ ਵੱਡੇ ਆਕਾ ਨੇ, ਕਿਸੇ ਨਾ ਇਹਨਾਂ ਦੀ ਸੈਟਿੰਗ ਹੁੰਦੀ ਹੈ। 15-20 ਦਿਨ, ਮਹੀਨਾ ਜਦੋਂ ਲੋਕ ਇਹ ਮਸਲਾ, ਕਿਉਂਕਿ ਇੱਥੇ ਮਸਲੇ ਉੱਠਦੇ ਬੜੇ ਨੇ, ਇੱਕ ਮਸਲਾ ਉੱਠਿਆ ਉਸ ਤੋਂ ਬਾਅਦ ਉਹ ਠੰਡਾ ਹੁੰਦਾ, ਦੂਜਾ ਉੱਠ ਪੈਂਦਾ, ਲੋਕ ਪਿਛਲੇ ਮਸਲੇ ਨੂੰ ਭੁੱਲ ਜਾਂਦੇ ਨੇ, ਜਦਕਿ ਇਹਦੀ ਤਹਿ ਤੱਕ ਜਾਣਾ ਚਾਹੀਦਾ। ਉਹ ਬੰਦੇ ਫਿਰ ਬਹਾਲ ਹੋ ਜਾਂਦੇ ਨੇ। ਅੱਜ ਤੋਂ ਤੁਹਾਨੂੰ ਯਾਦ ਹੋਏਗਾ, ਮੈਂ 1.5-2 ਸਾਲ ਪਹਿਲਾਂ ਉੱਥੇ ਇੱਕ ਬੜਾ ਵੱਡਾ ਘਪਲਾ ਫੜਿਆ ਸੀਗਾ ਕਿ ਅਨਾਜ ਨੂੰ, ਕਣਕ ਨੂੰ ਗਿੱਲੀ ਕਰ ਰਹੇ ਸੀ। ਉੱਥੋਂ ਹੀ ਮੈਨੂੰ ਕਿਸੇ ਨੇ ਕੰਪਲੇਂਟ ਕੀਤੀ, ਉੱਥੇ ਹੀ ਮੈਂ ਸਾਰੀ ਪ੍ਰੈਸ ਲੈ ਕੇ ਗਿਆ ਸੀਗਾ, ਔਰ ਉੱਥੇ ਮੈਂ ਦੇਖਿਆ ਕਿ ਪਾਣੀ ਲਾ ਰਹੇ ਆ। ਮੌਕੇ ਦੇ ਉੱਤੇ ਉਹ ਬੰਦੇ ਫੜ ਲਏ ਗਏ। ਮੇਰੇ ਧਿਆਨ 'ਚ ਆਇਆ ਕਿ ਇਹਦਾ ਵਜ਼ਨ ਜਿਹੜਾ ਘੱਟ ਹੋ ਚੁੱਕਾ ਸੀ ਤੇ ਇਹਦੇ ਨੂੰ ਪਾਣੀ ਲਾ ਕੇ ਪੂਰਾ ਕਰ ਰਹੇ ਸੀ। ਮੈਂ ਉਹਨਾਂ ਨੂੰ ਉੱਥੇ ਦਵਾਈ ਦਿੱਤੀ ਕਿ ਪਾਣੀ ਨਾਲ ਕਣਕ ਹੁਣ ਸੜ ਜਾਣੀ ਹੈ, ਰੱਬ ਦਾ ਵਾਸਤਾ ਜੇ ਤੁਸੀਂ ਚੋਰੀ ਕਰਨੀ ਸੀ, ਇਹ 'ਚ ਮਿੱਟੀ ਪਾ ਦਿੰਦੇ, ਪੱਥਰ ਪਾ ਦਿੰਦੇ, ਲੋਕਾਂ ਦੇ ਖਾਣ ਜੋਗੀ ਕਣਕ ਤੇ ਬਚ ਜਾਂਦੀ। ਕੋਈ ਇਹਨਾਂ ਦਾ ਦੀਨ ਧਰਮ ਨਹੀਂ, ਕੋਈ ਇਹਨਾਂ ਦਾ ਮਤਲਬ ਕਿਤੇ ਰੱਬ ਕੋ ਨਹੀਂ ਡਰਦੇ।
ਉਦੋਂ ਵੀ ਉਹ ਲੋਕ ਸਸਪੈਂਡ ਕੀਤੇ ਗਏ, 3 ਜਣੇ ਉਹਦੇ ਵਿੱਚ ਸਸਪੈਂਡ ਕੀਤੇ ਸੀ। ਔਰ ਮੈਨੂੰ ਪਤਾ ਲੱਗਾ ਉਹ ਅਕਾਲੀ ਦਲ ਦੇ ਵੇਲੇ ਹੋਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ। ਇਹ ਸਾਰੇ ਜਿਹੜੇ ਫਿਕਸ ਮੈਚ ਨੇ, ਕਿਸੇ ਦੀ ਕੋਈ ਕਿਤੇ ਸੁਣਵਾਈ ਨਹੀਂ ਹੈਗੀ, ਲੋਕਾਂ ਦੀਆਂ ਅੱਖਾਂ 'ਚ ਸਿਰਫ ਘੱਟਾ ਪਾਇਆ ਜਾਂਦਾ। ਜੇ ਇਹਨੇ ਵੀ ਕੰਪਲੇਂਟ ਲਿਖੀ ਹੈ, ਜੇ ਇਹਦੀ ਪੁਖਤਾ ਮਤਲਬ ਜਾਂਚ ਹੋ ਜਾਵੇ ਤੇ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਸਸਪੈਂਡ ਕਰਨਗੇ, ਜਦਕਿ ਇਹਨਾਂ ਲੋਕਾਂ ਦੇ ਉੱਤੇ ਪਰਚਾ ਦੇਣਾ ਚਾਹੀਦਾ, ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਇਹਨਾਂ ਲਈ ਜਗ੍ਹਾ ਨਹੀਂ ਬਚਣੀ ਚਾਹੀਦੀ। ਮਨਦੀਪ ਜੀ, ਠੀਕ ਹੈ, ਪਰਚਾ ਦਰਜ ਹੋਣਾ ਚਾਹੀਦਾ। ਜਿਹੜਾ ਸਰਕਾਰ ਦਾ ਨੁਕਸਾਨ ਹੁੰਦਾ ਹੈ, ਚਾਹੇ ਇਹਨਾਂ ਨੇ ਗਰੀਬਾਂ ਦਾ ਅਨਾਜ ਵੇਚ ਕੇ ਕੀਤਾ ਹੋਏ ਜਾਂ ਇੱਕ ਰੇਟ ਘੁਟਾਲਾ ਕਰਕੇ, ਉਹ ਨੁਕਸਾਨ ਦੀ ਭਰਪਾਈ, ਉਹ ਜਿਹੜਾ ਪੈਸਾ ਹੈ ਉਹ ਜਨਤਾ ਦਾ ਟੈਕਸ ਦਾ ਪੈਸਾ, ਤਾਂ ਕਿ ਉਹ ਸਮਾਜ ਭਲਾਈ ਲਈ ਖਰਚ ਹੋਣਾ ਚਾਹੀਦਾ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਂ ਭੰਡਾਰੀ ਜੀ ਵੇਖੋ, ਰੋਜ਼ ਇਹ ਦਵਾਈ ਦਿੰਦਾ ਵਾਂ ਕਿ ਸਰਕਾਰ ਨੂੰ ਸਰਕਾਰੀ ਰੈਵਨਿਊ ਨਾਲ ਕੋਈ ਮਤਲਬ ਨਹੀਂ ਹੈਗਾ। ਇਹਨਾਂ ਦੀ ਆਪਣੀ ਜੇਬ ਗਰਮ ਹੋ ਜਾਂਦੀ ਹੈ, ਇਹਨਾਂ ਨੂੰ ਆਪ ਨੂੰ ਪੈਸੇ ਚਲੇ ਜਾਂਦੇ ਨੇ, ਜਨਤਾ ਦਾ ਪੈਸਾ ਜਾਂਦਾ ਢੱਠੇ ਖੂਹ 'ਚ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿੱਡਾ ਵੱਡਾ ਲੇਬਲ ਅੱਜ 10 ਸਾਲਾਂ ਤੋਂ ਸਾਡੇ ਮੱਥੇ ਤੇ ਲੱਗ ਰਿਹਾ। ਜੇ ਪਿਛਲੇ ਸਾਲਾਂ ਦੇ ਵਿੱਚ ਸਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਦੋਵੇਂ ਇੱਕੋ ਗੱਲ ਦੀ ਦਵਾਈ ਦਿੰਦੇ ਨੇ ਕਿ ਮੇਰਾ ਸੂਬਾ ਸ਼ਰਾਬ ਨਾਲ ਚੱਲਦਾ। ਇਹਦਾ ਮਤਲਬ ਅਸੀਂ ਨਸ਼ੇੜੀ ਹਾਂ, ਮਤਲਬ ਸ਼ਰਾਬ ਅਸੀਂ ਪੀਂਦੇ ਹਾਂ ਤੇ ਵਿਕਦੀ ਹੈ ਨਾ। ਤੇ ਤੁਸੀਂ ਮਤਲਬ ਹੋਰ ਜਿਹੜੇ ਰੈਵਨਿਊ ਨੇ ਉਹਨਾਂ ਨੂੰ ਕਿਉਂ ਛੱਡ ਦਿੱਤਾ? ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ 3000 ਰੋਡਵੇਜ਼ ਦੀ ਬੱਸ ਚੱਲਦੀ ਸੀਗੀ। ਤੁਸੀਂ ਇਹ ਜਿਹੜੀ ਸ਼ਰਾਬ ਹੈ ਇਹਨੂੰ ਸਰਕਾਰੀ ਕਿਉਂ ਨਹੀਂ ਵੇਚ ਸਕਦੇ? ਨਾਲ ਸਾਲ ਦੇ ਸਾਲ ਇਹਦਾ ਕੋਟਾ ਘਟਾਓ, ਸਾਡੇ ਮੱਥੇ ਤੋਂ ਇਹ ਲੇਬਲ ਲੱਥਣ। ਤੁਸੀਂ ਰੇਤਾ ਸਰਕਾਰੀ ਕਰਦੇ, ਨਾਲੇ ਲੋਕਾਂ ਨੂੰ ਨੌਕਰੀਆਂ ਮਿਲਦੀਆਂ। ਸਰਕਾਰ ਆਪਣੇ ਚੈਨਲ ਸ਼ੁਰੂ ਕਰਦੀ। ਜੇ ਪੀਟੀਸੀ ਇੰਨੇ ਪੈਸੇ ਕਮਾ ਸਕਦਾ ਤੇ ਸਰਕਾਰ ਕਿਉਂ ਨਹੀਂ ਕਮਾ ਸਕਦੀ? ਇਹਨਾਂ ਨੂੰ ਸਿਰਫ ਆਪਣੇ ਰੈਵਨਿਊ ਨਾਲ ਮਤਲਬ ਹੈ, ਔਰ ਰੈਵਨਿਊ ਜਿੱਥੋਂ ਆਉਂਦਾ ਉਹਨਾਂ ਚੀਜ਼ਾਂ ਦੇ ਉੱਤੇ ਨਾ ਪ੍ਰਾਈਵੇਟ ਤੌਰ ਦੇ ਉੱਤੇ ਕਬਜ਼ਾ ਕੀਤਾ ਹੋਇਆ। ਇਸ ਕਰਕੇ ਸਾਡੇ ਮੱਥੇ ਤੇ ਸ਼ਰਾਬ ਦਾ ਜਿਹੜਾ ਇਹਨਾਂ ਲੇਬਲ ਲਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਕਿਹਾ ਸੀਗਾ ਮੈਂ ਸੂਬਾ ਨਸ਼ਾ ਮੁਕਤ ਕਰਨਾ, ਇਹ ਲੇਬਲ ਲਾਉਣਾ ਸੀ ਸਾਡੇ ਮੱਥੇ ਤੋਂ, ਪਰ ਇਹਨੂੰ ਤੇ ਹੋਰ ਗੂੜਾ ਕਰ ਰਹੇ ਨੇ। ਮੈਂ ਕੱਲ ਸਲਾਹ ਦਿੱਤੀ ਸੀ ਸਰਕਾਰ ਨੂੰ ਕਿ ਜਿਵੇਂ ਪੋਲੀਓ ਡ੍ਰੌਪ ਨਹੀਂ ਪਿਆਉਣ ਆਉਂਦੇ ਮਹੱਲਿਆਂ ਦੇ ਵਿੱਚ ਬੱਚਿਆਂ ਨੂੰ ਪਿਆਉਣ ਆਉਂਦੇ ਸੀ, ਤੇ ਕੈਪਟਨ ਅਮਰਿੰਦਰ ਸਿੰਘ ਜੀ ਆਪਣੀ ਪੁਲਿਸ ਦੀ, ਆਪਣੇ ਸਰਕਾਰੀ ਅਫਸਰਾਂ ਦੀ ਡਿਊਟੀ ਲਾ ਦਿਓ, ਉਹਨਾਂ ਨੂੰ ਦੁੱਧ ਵਾਲੀਆਂ ਬੋਤਲਾਂ ਦੇ ਵਿੱਚ ਸ਼ਰਾਬ ਪਾ ਕੇ ਦਿਓ। ਉਹ ਤਾਂ ਜੋ ਘਰਾਂ 'ਚ ਜਾਣ ਤੇ ਬੱਚਿਆਂ ਦੇ ਮੂੰਹ ਨੂੰ ਸ਼ਰਾਬ ਲਾਉਣ, ਵੀ ਇਹ ਜੰਮਦੇ ਹੀ ਐਡਿਕਟ ਹੋ ਜਾਣ, ਕਿਉਂਕਿ ਤੁਹਾਡਾ ਸੂਬਾ ਤੇ ਸ਼ਰਾਬ ਦੇ ਸਿਰ ਤੇ ਹੀ ਚੱਲਣਾ ਨਾ, ਕਿਤੇ ਵਾਂਝੇ ਨਾ ਰਹਿ ਜਾਣੇ ਸ਼ਰਾਬ ਪੀਣ ਤੋਂ। ਹੋਰ ਜ਼ਿਆਦਾ ਇਨਕਮ ਜਿਹੜੀ ਤੁਹਾਡੀ ਵੱਧ ਜੂਗੀ। ਅਸੀਂ ਕਿਹੜੇ ਪਾਸੇ ਜਾ ਰਹੇ ਹਾਂ? ਕਿਉਂ ਨਹੀਂ ਇੰਨਾ ਕਤਾਈਆਂ ਦੇ ਉੱਤੇ ਕਾਰਵਾਈ ਹੁੰਦੀ? ਹੁਣ ਮੇਰੇ ਕੋਲ ਕਿਸੇ ਨੇ ਇੱਕ ਮੰਤਰੀ ਦੀ ਵੀਡੀਓ ਭੇਜੀ ਹੈ ਕਿ ਉਹਦੇ ਵਿੱਚ ਉਹ ਸਾਫ਼ ਕਹਿ ਰਿਹਾ ਐਕਸੀਅਨ 1% ਉਹ ਮੰਤਰੀ ਨੂੰ ਜਾਂਦਾ, ਤੇ ਉਹ ਮੰਤਰੀ ਬੜਾ ਇਮਾਨਦਾਰ ਹੈ, ਇਹਨੂੰ 2-4 ਦਿਨਾਂ 'ਚ ਮੈਂ ਡਾਊਂਗਾ ਕਿ ਇਹਨੂੰ 2 ਮਹਿਕਮੇ ਦਿੱਤੇ ਹੋਏ ਨੇ। ਇਹੋ ਜਿਹੇ ਘਟਾਲੇ ਨੇ। ਕੀ ਗੱਲ ਹੈ, ਵੀਡੀਓ ਜਿਹਨੇ ਮੈਨੂੰ ਭੇਜੀ ਇਸ ਕੈਪਟਨ ਅਮਰਿੰਦਰ ਸਿੰਘ ਹੋਣਾ ਕੋ ਨਹੀਂ ਪਹੁੰਚੀ? ਇਹ ਵਿਜੀਲੈਂਸ ਵਾਲਿਆਂ ਕੋ ਨਹੀਂ ਪਹੁੰਚੀ? ਕਿਉਂ ਨਹੀਂ ਕੋਈ ਜਾਂਚ ਕਰਦਾ? ਇੱਥੇ ਸਾਰੇ ਹੀ ਚੋਰ ਨੇ, ਕੋਈ ਕਿਸੇ ਨੂੰ ਫੜਨਾ ਹੀ ਨਹੀਂ ਚਾਹੁੰਦਾ। ਮਨਦੀਪ ਜੀ, ਸਿਰਫ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਹਾਂ, ਜਿਵੇਂ ਘੁਟਾਲੇ ਹੁੰਦੇ ਨੇ, ਅਲਟੀਮੇਟਲੀ ਇਹ ਚੱਲਦਾ ਕਾਫੀ ਦੇਰ ਤੋਂ, ਇਹ ਖੇਡ ਚੱਲਦਾ ਹੈ। ਕੀ ਕਦੀ ਤੁਹਾਨੂੰ ਲੱਗਦਾ ਇਹਦੇ ਤੇ ਰੋਕ ਲੱਗੇਗੀ? ਜੇ ਰੋਕ ਲੱਗੇਗੀ, ਕਿਸ ਤਰ੍ਹਾਂ ਰੋਕ ਲੱਗ ਸਕਦੀ ਇਹਦੇ ਉੱਪਰ? ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਬਣੀ ਹੈ ਤੇ ਬੜੇ ਮਤਲਬ ਦਾਅਵੇ ਕੀਤੇ ਗਏ, ਬੜਾ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ। ਚਾਹੇ ਉਹ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤਾ ਗਿਆ, ਚਾਹੇ ਬੇਅਦਬੀ ਤੇ ਇਨਸਾਫ ਸੀਗਾ, ਚਾਹੇ ਬਾਦਲਾਂ ਕੋਲੋਂ ਜਿਹੜਾ ਖਾਦਾ ਪੈਸਾ ਉਹਨੂੰ ਰਿਕਵਰ ਕਰਨ ਦੀਆਂ ਗੱਲਾਂ ਸੀ। ਪਰ ਜਦੋਂ ਅਸਲੀਅਤ ਸਾਹਮਣੇ ਆਉਂਦੀ ਤੇ ਕੁਝ ਵੀ ਨਹੀਂ ਨਿਕਲਿਆ। ਮੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਆਉਣ ਵਾਲੇ ਸਾਲਾਂ 'ਚ ਵੀ ਕੋਈ ਪੰਜਾਬ ਦਾ ਜਿਹੜਾ ਫਿਊਚਰ ਬਹੁਤਾ ਵਧੀਆ ਨਹੀਂ ਲੱਗਦਾ। ਮੇਰੀ ਸਾਰਿਆਂ ਨੂੰ ਅਪੀਲ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ, ਆਪਣੇ ਮਹੱਲੇ ਦੀ, ਆਪਣੇ ਪਿੰਡ ਦੀ ਆਵਾਜ਼ ਬਣੋ। ਨਹੀਂ ਤੇ ਪੀੜ੍ਹੀ ਜਿਹੜੀ ਤੁਹਾਡੀ, ਤੁਸੀਂ ਤੇ ਗੁਲਾਮ ਹੈਗੇ ਹੀ ਹੈਗੇ ਹੋ, ਅਸੀਂ ਲੋਕ ਵੀ ਗੁਲਾਮ ਆ। ਜਿਹੜਾ ਕੰਮ ਹੈ ਐਮਐਲਏ ਨੂੰ ਮਿਲੋ, ਮੰਤਰੀ ਨੂੰ ਮਿਲੋ, ਜੈਨੂਅਨ ਕੰਮਾਂ ਲਈ ਵੀ ਐਮਪੀ ਨੂੰ ਮਿਲੋ, ਤੇ ਅਸੀਂ ਲੋਕ ਤੇ ਗੁਲਾਮ ਆ। ਤੁਹਾਡੇ ਅੱਗੋਂ ਆਉਣ ਵਾਲੀ ਨਸਲ ਵੀ ਤੁਹਾਡੀ ਗੁਲਾਮ ਰਹਿਣੀ ਹੈ। ਲੋਕਾਂ ਨੂੰ ਆਪਣੀ ਆਵਾਜ਼ ਬਣਨਾ ਪੈਣਾ। ਇਹਨਾਂ ਕੋਲੋਂ ਕੋਈ ਆਸ ਨਹੀਂ। ਲੋਕਾਂ ਨੂੰ ਆਪ ਬਾਹਰ ਨਿਕਲ ਕੇ ਲੀਡਰ ਬਣਨਾ ਪੈਣਾ। ਹਾਲ ਤੁਹਾਡੇ ਸਾਹਮਣੇ ਹੀ ਹੈ ਕਿ ਗੁਟਕਾ ਸਾਹਿਬ ਦੀਆਂ ਸਹੁੰਆਂ ਖਾਧੀਆਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ, ਤੇ ਕਿਹਦੇ ਤੇ ਯਕੀਨ ਕਰੀਏ? ਅਸੀਂ ਜਾਈਏ ਕਿਹੜੇ ਪਾਸੇ? ਸਾਨੂੰ ਤੇ ਸਮਝ नहीं आ रही। ये थे मनदीप सिंह मन्ना, जिन्होंने बताया कि पहले भी कई घोटाले हुए हैं, लेकिन उन घोटालों का कुछ होता नहीं है। मामले की जांच होती है, सस्पेंड होते हैं, फिर बहाल कर दिया जाता है। वो सिर्फ इसलिए किया जाता है क्योंकि मामले को लोग भूल जाएं। जबकि इनका कहना है कि सस्पेंशन जो है वो सज़ा नहीं, जो लोग चोरी करते हैं उन पर मामले दर्ज होने चाहिए, और जो सरकारी रेवेन्यू का नुकसान होता है उनकी जायदादों को जब्त करके ये सरकारी रेवेन्यू की भरपाई होनी चाहिए। यदि ऐसा नहीं होगा, सरकार कदम नहीं उठाएगी, तो फिर भगवान ही मालिक है। दूसरा जो इन्होंने कहा है कि यूथ को आगे आना होगा। आम काम करवाने के लिए क्यों हमें विधायक, एमपी या मंत्री या पार्षद के पीछे भागना पड़ता है, समझ से परे है। हमने मनदीप मन्ना जी के माध्यम से आपके सामने ये घोटाला रख दिया है। अब आगे आवाज़ जनता को भी उठानी है। मत समझिए कि कोई दूसरा करने के लिए कुछ आएगा। आज एक पकड़ा गया, एक की चोरी हो रही है, कल आंच आप तक भी पहुंचेगी। नमस्कार दोस्तों, दीपक भंडारी की D4 न्यूज़ के लिए ये थी खास रिपोर्ट।